ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਚੁਅਲ ਜਰਨੀ ਦਰਸ਼ਨ ਸਾਗਰ। ਤੇ ਅੱਜ ਕਾਫੀ ਸਮੇਂ ਬਾਅਦ ਆਪ ਜੀ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਕੋਸ਼ਿਸ਼ ਕੀ ਕਹਿੰਦੇ ਆ ਕਿ ਜ਼ਿੰਦਗੀ ਦੇ ਰੁਝੇਵੇਂ ਤੇ ਆਸ ਹੈ ਕਿ ਸਭ ਭੈਣਾਂ ਤੇ ਭਰਾਵਾਂ ਨੇ ਆਪਣੇ ਕੀ ਕਹਿੰਦੇ ਰੱਖੜੀ ਬੰਧਨ ਨੂੰ ਚੰਗੀ ਤਰ੍ਹਾਂ ਮਨਾਇਆ ਹੋਵੇਗਾ। ਇਹ ਜੋ ਬੰਧਨ ਹੈ, ਮੇਰੇ ਮਨ ਦਾ ਖਿਆਲ ਇਹ ਹੈ ਕਿ ਇਹ ਉਹ ਬੰਧਨ ਹੈ ਜਿਹੜਾ ਇੱਕ ਵਾਰੀ ਧਾਗਾ ਬੰਨ ਦਿੱਤਾ ਤੇ ਫਿਰ ਬਾਰ-ਬਾਰ ਨਹੀਂ ਛੁੱਟਦਾ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਵੀ ਜਦੋਂ ਗੁਰੂ ਨੇ ਤੁਹਾਨੂੰ ਕੜਿੱਕੀ ਪਾ ਲਈ, ਗਾਟੀ ਪਾ ਲਈ ਤੇ ਫੇਰ ਨਹੀਂ ਛੁੱਟਦੀ। ਤੁਸੀਂ ਜਿੱਧਰ ਮਰਜ਼ੀ ਦੌੜੀ ਜਾਓ, ਤੁਸੀਂ ਛਡਾਈ ਜਾਓ, ਉਹ ਨਹੀਂ ਛੱਡਦਾ। ਤੇ ਇਹੋ ਹੀ ਭੈਣ ਭਰਾਵਾਂ ਦਾ ਬੰਧਨ ਹੈ ਤੇ ਸਾਰਿਆਂ ਨੂੰ ਰੱਖੜੀ ਦੀ, ਭਾਈ ਦੂਜ ਦੀ ਬਹੁਤ ਬਹੁਤ ਵਧਾਈਆਂ। ਜਿਸ ਤਰ੍ਹਾਂ ਇਹਦੇ ਵਿੱਚ ਅਸੀਂ ਮਹਾਰਾਜ ਜੀ ਦੇ ਉਹ ਹੀਰਿਆਂ ਨੂੰ, ਮਹਾਰਾਜ ਜੀ ਦੇ ਉਹ ਸੇਵਕਾਂ ਨੂੰ ਲੈ ਕੇ ਆਉਂਦੇ ਆ ਜਾਂ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਉਹ ਆਣ, ਕੋਈ ਦੱਸਣ। ਤੇ ਅੱਜ ਵੀ ਸਾਡੇ ਨਾਲ ਮਹਾਰਾਜ ਜੀ ਦੇ ਉਹ ਕੀ ਕਹਿੰਦੇ ਹੀਰੇ ਨੇ, ਜਿਨ੍ਹਾਂ ਨੂੰ ਉਹ ਚੁਣਦਾ। ਉਹਨਾਂ ਕੋਲ ਕੰਮ ਕਰਾਂਦਾ ਨਹੀਂ ਤੇ ਕੰਮ ਕਰਨ ਵਾਲੇ ਬੜੇ ਦੌੜੇ ਫਿਰਦੇ ਆ ਕਿ ਮੈਂ ਵੀ ਕਰਦਾ, ਮੈਂ ਵੀ। ਪਰ ਜਿਹਨੂੰ ਉਹ ਚੁਣਦਾ ਉਹਦੇ ਕੋਲ ਕਰਵਾਉਂਦਾ, ਫਿਰ ਉਹਦੀ ਜ਼ੁਬਾਨ ਤੇ ਆਪ ਵਾਸ ਕਰਕੇ ਉਹ ਸਭ ਕੁਝ ਕਰਵਾ ਲੈਂਦਾ। ਠੀਕ ਹੈ। ਤੇ ਅੱਜ ਸਾਡੇ ਨਾਲ ਨੇ ਦਾਸ ਪ੍ਰੇਮ ਦਾਸ ਜੀ। ਤੇ ਮਹਾਰਾਜ ਜੀ ਕਹਿੰਦੇ ਪ੍ਰੇਮ ਕਰੋ, ਤੇ ਪ੍ਰੇਮ ਕਿਹਦੇ ਨਾਲ ਕਰਨਾ? ਦਾਤੇ ਨਾਲ। ਤੇ ਜਿਹਦਾ ਨਾਂ ਹੀ ਪ੍ਰੇਮ ਹੈ ਤੇ ਫਿਰ ਉਹਨੂੰ ਪ੍ਰੇਮ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਉਹਦੇ ਅੰਦਰ ਹੀ ਪ੍ਰੇਮ ਹੈ। ਤੇ ਅੱਜ ਸਾਡੇ ਨਾਲ ਨੇ ਦਾਸ ਪ੍ਰੇਮ ਜੀ। ਇਹ ਨੇ ਆਪਣਾ ਗਾਜ਼ੀਆਬਾਦ ਮੇਰਠ ਤੋਂ, ਇੰਡੀਆ। ਤੇ ਅੱਜ ਇਹਨਾਂ ਨੂੰ ਪੁੱਛਦੇ ਆ ਕਿ ਇਹ ਹਜ਼ੂਰ ਮਹਾਰਾਜ ਦੀ ਸ਼ਰਨ ਜਾਂ ਉਹਨਾਂ ਦੇ ਕੋਲ ਕਿਸ ਤਰ੍ਹਾਂ ਹੈ। ਦਾਸ ਪ੍ਰੇਮ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰਦਰਸ਼ਨ ਜੀ, ਵੈਲਕਮ ਤੁਹਾਡਾ ਜੀ ਇਸ ਮਹਾਰਾਜ ਜੀ ਦੇ ਚੈਨਲ ਤੇ, ਹਜ਼ੂਰ ਮਹਾਰਾਜ ਦੀ ਕੀ ਕਹਿੰਦੇ ਆ ਜਰਨੀ ਤੇ, ਗੱਲਬਾਤ ਤੇ ਅੱਜ ਇਹ ਦੱਸੋ ਸੰਗਤਾਂ ਨੂੰ ਕਿ ਆਪਾਂ, ਮੇਰਾ ਖਿਆਲ ਨਹੀਂ ਮਿਲੇ, ਸ਼ਾਇਦ ਕਿਤੇ ਦੇਖਿਆ ਹੋਵੇ, ਤੇ ਇੰਨਾ ਕੁਝ ਮੈਂ ਨਹੀਂ ਜਾਣਦਾ ਆਪ ਜੀ ਦੇ ਬਾਰੇ। ਪਰ ਇਹ ਦੱਸੋ ਕਿ ਤੁਹਾਨੂੰ ਗੁਰੂ ਮਹਾਰਾਜ ਦੀ ਸ਼ੋਅ ਕਿੱਦਾਂ ਮਿਲੀ, ਉਹਨਾਂ ਦੇ ਦੀਦਾਰ ਕਿੱਦਾਂ ਮਿਲੇ, ਕੀ ਉਹ ਕਾਰਨ ਹੋਇਆ ਕਿ ਤੁਸੀਂ ਉਹਨਾਂ ਕੋਲ ਗਏ ਜਾਂ ਉਹਨਾਂ ਨੇ ਬੁਲਾਇਆ? ਆਰੀ ਗੁਰੂ ਸਰੂਪ ਪਿਆਰੀ ਸਾਧ ਸੰਗਤ ਜੀ ਨੂੰ, ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ, ਹਜ਼ੂਰ ਮਹਾਰਾਜ ਤਿਰਲੋਚਨ ਦਾਸ ਜੀ ਤੇ ਗੁਰੂ ਮਹਾਰਾਣੀ ਪਾਲੀ ਦਰਸ਼ਨ ਦਾਸ ਜੀ ਤੇ ਸਾਰੀ ਪੁਰਾਣੀ ਨਵੀਂ ਗੁਰੂ ਸਰੂਪ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਵਿੱਚ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ, ਜਿਵੇਂ ਆਪ ਜੀ ਨੇ ਕਿਹਾ ਕਿ ਉਹ ਆਪੇ ਹੀ ਚੁਣ ਲੈਂਦਾ ਹੈ, ਆਪੇ ਹੀ ਬੁਲਾ ਲੈਂਦਾ ਹੈ। ਬਿਲਕੁਲ ਬਚਪਨ ਦੀ ਇੱਕ ਇਹ ਮੈਨੂੰ ਗੱਲ ਚੇਤੇ ਆਈ ਹੈ ਕਿ ਜਦ ਅਸੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਤੇ ਉੱਥੇ ਸਾਰੇ ਜਣੇ ਜਿਹੜੇ ਯਾਰ ਮਿੱਤਰ ਦੋਸਤ ਹੁੰਦੇ ਸੀ, ਉਹਨਾਂ ਦੇ ਆਪਣੇ ਆਪਣੇ ਗੁਰੂ ਹੋਇਆ ਕਰਦੇ ਸੀ। ਕੋਈ ਗੁਰੂ ਗੋਰਖ ਨੂੰ ਮੰਨਦਾ ਸੀ, ਕੋਈ ਨਿਰੰਕਾਰੀ ਨੂੰ, ਕੋਈ ਰਾਧਾ ਸਵਾਮੀ ਨੂੰ। ਤੇ ਮੈਨੂੰ ਬੜਾ ਅਫਸੋਸ ਹੋਇਆ ਕਰਦਾ ਸੀ ਕਿਉਂਕਿ ਮੇਰਾ ਕੋਈ ਗੁਰੂ ਨਹੀਂ ਸੀ ਉਸ ਵੇਲੇ ਜੀ। ਮੈਂ ਸੋਚਦਾ ਸੀ ਕਿ ਪਤਾ ਨਹੀਂ ਮੇਰਾ ਗੁਰੂ ਕਿਵੇਂ ਹੋਏਗਾ, ਕਿਹੋ ਜਿਹਾ ਹੋਏਗਾ, ਜਾਂ ਕੌਣ ਮੇਰਾ ਗੁਰੂ ਹੋਏਗਾ। ਇਹ ਮੈਂ ਬੜਾ ਸੋਚਦਾ ਸੀ ਬਚਪਨ ਤੋਂ ਹੀ ਜੀ। मैं माता मनसा देवी का भगत सी जी। माता रानी के दरबार हर साल 6 महीने च एक बार जांदा सी, 2 बार हर साल च जांदा सी। ते पूरी रात्रि मां मनसा देवी दे मंदिर च सेवा करनी ते उत्थे जेड़े मालक सी या ठेके लिया होया सी दरबार दा, उत्थे उन्हां दी निस्वार्थ भावना नाल सेवा करनी। फिर हजूर महाराज जी ने ਆਪਣੇ ਆਪ ਹੀ ਇੱਕ ਸਮੇਂ ਇਹੋ ਜਿਹਾ ਆਇਆ ਕਿ ਸੁਪਨੇ ਦੇ ਵਿੱਚ, ਉਹ ਸਾਡੀ ਬੀਜੀ ਦੇ ਵਿੱਚ ਸੁਪਨੇ ਦੇ ਵਿੱਚ ਆਏ ਤੇ ਸਾਈਕਲ ਦੇ ਵਿੱਚ ਸੀ, ਮੋਨੇ ਰੂਪ ਵਿੱਚ ਜੀ। ਤੇ ਹਜੂਰ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਸੈਕਟਰ ਨੰਬਰ 3 ਦੇ ਵਿੱਚ ਆਣਾ। ਮਾਤਾ ਜੀ ਸੈਕਟਰ ਨੰਬਰ 3 ਦੇ ਵਿੱਚ, ਰੋਣੀ ਸੈਕਟਰ ਨੰਬਰ 3 ਵਿੱਚ ਆਣਾ। ਮਾਤਾ ਜੀ ਰੋਣੀ ਸੈਕਟਰ ਨੰਬਰ 3 ਦੇ ਵਿੱਚ ਆਣਾ। ਜਦ ਇਹ ਸੁਪਨਾ ਸਾਡੀ ਬੀਜੀ ਨੇ ਸੁਣਾਇਆ ਜੀ, ਸਵੇਰੇ ਉੱਠ ਕੇ ਤੇ ਸਾਰੇ ਮਜ਼ਾਕ ਕਰਨ ਲੱਗ ਪਏ ਤੇ ਕੋਈ ਨਾ ਇਹਦਾ ਭੇਦ ਜਾਂ ਕੋਈ ਗੱਲ ਦੱਸੇ। ਤੇ ਇੱਕ ਬੀਬੀ ਸੀ ਜਿਹਦਾ ਨਾਮ ਭੋਲੀ ਸੀ ਜੀ, ਉਹ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੀ ਸ਼ਰਨ ਜਾਇਆ ਕਰਦੀ ਸੀ। ਹਜੂਰ ਮਹਾਰਾਜ ਦਰਸ਼ਨ ਦਾਸ ਜੀ ਉਹ
ਬੀਬੀ ਨੂੰ ਸੁਣਾਇਆ ਸੁਪਨਾ ਕਿ ਇਦਾਂ ਇਦਾਂ ਇੱਕ ਮੁੰਡਾ ਜਾ ਕਹਿੰਦਾ ਹੈ, ਮੈਨੂੰ ਬੁਲਾਉਂਦਾ ਹੈ ਕਿ ਤੂੰ ਉੱਥੇ ਆਵੀਂ ਸੈਕਟਰ ਨੰਬਰ 3। ਜੀ ਕਹਿਣ ਲੱਗੇ ਤੂੰ ਤਾਂ ਬੜੀ ਭਾਗਾਂ ਵਾਲੀ ਹੈ, बड़ी किस्मत वाली है, उत्थे ते हजूर महाराज दर्शनदास जी का दरबार है। ते वो पहली बार लैके गई ते जद असी पहली बार उत्थे गए ते हजूर महाराज जी दे दर्शन होए। ते जद हजूर महाराज जी दे दर्शन होए ते बस मन च यही आया कि हुण इस दरबार तो इलावा आपां ने किते नहीं जाना। वाह, उस तो बाद एक मन बनाया ते बस यही मन च आया कि बस हुण इन्हां दे ही वर्गा बनना है या इन्हां दा ही जिहा आपां ने इन्हां तो गुण सच्चे लैके ते इन्हां दे वर्गा ही बन के ते सारी संगत दी, सारे संसार दी, पूरे अपने देश दी, अपने परिवार कुटुंब नूं पार करना है ਅਤੇ ਆਪਣੇ ਗੁਰੂ का, अपने माता पिता, अपने हिंदुस्तान का नाम रोशन करना है। ਇਹ बिल्कुल। ਭਾਵਨਾ ਜਿਹੜੀ ਸੀ ਉਹ ਇਹ ਮਨੋਂ ਇਹ ਦੱਸੋ, ਮੈਂ ਤੁਹਾਨੂੰ ਇੱਥੇ ਸਟਾਪ ਥੋੜਾ ਕੀਤਾ ਕਿ ਤੁਸੀਂ ਕਹਿੰਦੇ ਕਿ ਜਦੋਂ ਉਹਨਾਂ ਦੇ ਦਰਸ਼ਨ ਕੀਤੇ ਤੇ ਫਿਰ ਇਹ ਹੋਇਆ ਕਿ ਹੁਣ ਇਹੋ ਹੀ ਹੈ, ਤੇ ਇਹਦੇ ਨਾਲ ਤੁਹਾਨੂੰ ਕੀ ਲੱਗਿਆ ਇਹੋ ਜਿਹਾ ਕਿ ਜਿਹੜਾ ਤੁਸੀਂ ਤੁਹਾਡੇ ਮਨ ਨੇ ਕਿਹਾ, ਤਸਦੀਕ ਕਰ ਲਿਆ ਕਿ ਇਹੋ ਹੀ ਤੇਰਾ ਰਾਹਗੀਰ ਹੈ? ਕਿ ਸਾਡੇ ਮਨ 'ਚ ਬਚਪਨ ਤੋਂ ਹੀ ਇੱਕ ਇਸ ਅੰਦਰ ਬਹੁਤ ਵੱਡਾ ਸੁਪਨਾ ਸੀ ਕਿ ਅਸੀਂ ਗੁਰੂ ਬਣਾਈਏ ਤੇ ਕਿਹਨੂੰ ਬਣਾਈਏ, ਕਿਉਂਕਿ ਅਸੀਂ ਰਾਧਾ ਸੁਆਮੀ ਵੀ ਜਾ ਚੁੱਕੇ ਸੀ, ਬਾਕਾਇਦਾ ਉਹਨਾਂ ਦੇ ਫੇਸ ਟੂ ਫੇਸ ਗੱਲ ਕਰ ਚੁੱਕੇ ਸੀ। ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਹੈ ਜੀ ਜੀ ਤੇ ਬਿਆਸ ਸੰਤ ਚਰਨ ਸਿੰਘ ਜੀ ਮਹਾਰਾਜ ਹੈ ਤੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਹੈ। ਅਸੀਂ ਫੇਸ ਟੂ ਫੇਸ ਗੱਲ ਕਰ ਚੁੱਕੇ ਸੀ ਜੀ ਤੇ ਉੱਥੇ ਵੀ ਬਸ ਇੱਕੋ ਹੀ ਮਨ 'ਚ ਇਹ ਗੱਲ ਸੀ ਕਿ ਅਸੀਂ ਇਹਨਾਂ ਦੇ ਵਰਗਾ ਬਣਨਾ ਹੈ। ਪਰ ਜਦ ਹਜ਼ੂਰ ਦੇ ਦਰਬਾਰ ਆਏ, ਸਤਿਗੁਰੂ ਦੇ ਦਰਬਾਰ ਆਏ ਤੇ ਸਾਨੂੰ ਇੱਕ ਚੀਜ਼ ਉੱਥੇ ਬਹੁਤ ਚੰਗੀ ਲੱਗੀ ਕਿ ਇਹ ਤੇ ਸਤਸੰਗ ਵੀ ਕਰਦੇ ਹਨ, ਕੀਰਤਨ ਵੀ ਕਰਦੇ ਹਨ ਤੇ ਨਾਲੇ ਕੋਈ ਜਿਵੇਂ ਘਰ ਦੀ ਗੱਲਬਾਤ ਹੁੰਦੀ ਹੈ ਉਹ ਵੀ ਗੱਲ ਦੱਸ ਦਿੰਦੇ ਹਨ। ਇਹ ਸਾਨੂੰ ਬਹੁਤ ਚੰਗੀ ਲੱਗੀ ਜਿਹੜਾ ਉਹ ਜਲ ਪੜ ਕੇ ਦਿੰਦੇ ਹਨ। ਜੀ 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 ਤੇ ਇਹਨਾਂ ਤੋਂ ਇਸ ਚੀਜ਼ ਤੋਂ ਅਸੀਂ ਇੰਪ੍ਰੈਸ ਹੋ ਕੇ ਤੇ ਇਹ ਤੇ ਉਹ ਗੱਲ ਵੀ ਦੱਸਦੇ ਹਨ ਜਿਹੜੇ ਲੋਕੀ ਇੱਥੇ ਉੱਥੇ ਭਟਕਦੇ ਹਨ। ਸ਼ੁਕਰ ਹੈ ਦਾਤਾ ਤੇਰਾ ਕਿ ਸਾਨੂੰ ਇੱਥੇ ਉੱਥੇ ਨਹੀਂ ਭਟਕਣਾ ਪਿਆ, ਸਾਨੂੰ ਕੇਵਲ ਤੇਰੇ ਦਰਬਾਰ, ਤੇਰੇ ਚਰਨਾਂ ਕਮਲਾਂ ਵਿੱਚ ਆ ਕੇ ਤੇ ਬਸ ਤੇਰਾ ਹੋਣਾ ਪਿਆ। ਪਹਿਲੀ ਵਾਰ ਕਦੋਂ ਤੇ ਕਿਸ ਤਰ੍ਹਾਂ ਹਜ਼ੂਰ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਜਿੱਦਾਂ ਤੁਸੀਂ ਕਹਿੰਦੇ ਤੁਸੀਂ ਬਾਕੀ ਸੰਤਾਂ ਨੂੰ ਵੀ ਮਿਲੇ ਤੇ ਹਜ਼ੂਰ ਦੇ ਨਾਲ ਗੁਫ਼ਤਗੂ ਕੋਈ ਇਹੋ ਜੀ ਗੱਲ ਸਾਂਝੀ ਕਦੋਂ ਹੋਈ? ਅਸੀਂ ਸਰੀਰਕ ਰੂਪ ਦੇ ਵਿੱਚ ਤੇ ਹਜ਼ੂਰ ਮਹਾਰਾਜ ਦਰਸ਼ਨਦਾਸ ਨੂੰ ਨਹੀਂ ਵੇਖਿਆ ਹੈਗਾ ਜੀ ਜਾਂ ਉਹਨਾਂ ਦੇ ਦਰਸ਼ਨ ਦੀਦਾਰ ਨਹੀਂ ਕੀਤੇ ਹੈਗੇ। ਜੀ ਅਸੀਂ ਹਜ਼ੂਰ ਮਹਾਰਾਜ त्रिलोचन दर्शनदास जी के प्रथम बार पहली बार दर्शन ਕੀਤੇ ਸੀ ਜੀ ਤੇ ਬਸ ਮਨ 'ਚ ਹੀ ਇਹ ਮਨ ਹੀ ਉਹਨਾਂ ਨੇ ਆਪ ਬੁਲਾਇਆ ਸੀ, ਉਹਨਾਂ ਨੇ ਜੋੜਿਆ ਤੇ ਉਹਨਾਂ ਨੇ ਹੀ ਉਹਨਾਂ ਦਾ ਹੀ ਇੱਕ ਮਨ ਸੀ ਕਿ ਬਸ ਹੁਣ ਇਹਨਾਂ ਦੇ ਵਰਗਾ ਹੀ ਅਸਾਂ ਨੇ ਬਣਨਾ ਹੈ ਤੇ ਪੂਰੀ ਨਮਰਤਾ ਦੇ ਵਿੱਚ ਰਹਿਣਾ ਹੈ, ਨਿਸਵਾਰਥ ਭਾਵਨਾ ਸੇਵਾ ਕਰਨੀ ਹੈ, ਭਾਵੇਂ ਜੋ ਮਰਜ਼ੀ ਕੋਈ ਕੁਝ ਕਵੇ ਅਸੀਂ ਕਿਸੇ ਦਾ ਬੁਰਾ ਨਹੀਂ ਮੰਨਣਾ ਹੈ, ਮਨ 'ਚ ਨਹੀਂ ਕਿਸੇ ਦੀ ਗੱਲ ਨੂੰ ਲਾਉਣਾ ਦਿਲ ਦੇ ਨਾਲ ਕਿ ਨੇ ਇਹ ਕਹਿ ਦਿੱਤਾ ਉਹ ਕਹਿ ਦਿੱਤਾ। ਤੇ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਬਾਰੇ ਕੋਈ ਦੱਸਦਾ ਨਹੀਂ ਸੀ ਉਸ ਵੇਲੇ ਤੇ ਹਜ਼ੂਰ ਮਹਾਰਾਜ ਜੀ ਦੀ ਸ਼ਰਨ ਆਣ ਕੇ ਬਸ ਕੇਵਲ ਮਹਾਰਾਜ ਜੀ ਦੀ ਬਚਨ ਸੁਣ ਕੇ ਮਹਾਰਾਜ ਜੀ ਤੋਂ ਨਾਮਦਾਨ ਲੈ ਕੇ ਤੇ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਕਿ ਨਾਮ ਜਪੋਗੇ ਤੇ ਇੱਥੇ ਤੁਹਾਡਾ ਇਹ ਦਰਬਾਰ ਖੁੱਲ ਜਾਏਗਾ ਜਾਂ ਤੁਸੀਂ ਮਹਾਰਾਜ ਦੇ ਸਤਿਗੁਰੂ ਦੇ ਦਰਸ਼ਨ ਕਰ ਲੋਗੇ। ਤੇ ਜਦ ਇਹ ਚੀਜ਼ਾਂ ਬਚਨ ਸੁਣੇ ਤੇ ਹਜ਼ੂਰ ਮਹਾਰਾਜ ਜੀ ਦੀ ਬਾਣੀ ਹੈ ਜਸਵੰਤੀ ਨਿਰਾਧਾਰ ਜੀ ਦਾਮ ਪਹਿਲਾ ਜੋ ਜੀ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਨੇ ਰਚਨਾ ਕੀਤੀ ਹੈ ਜੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਸਨੇ ਖੋਜਾ ਉਸਨੇ ਪਾਇਆ, ਹਿਰਦੇ ਅੰਦਰ ਨਾਮ ਵਸਾਇਆ। ਤੇ ਜਦ ਉਹ ਖੋਜ ਕੀਤੀ ਤੇ ਸਤਿਗੁਰੂ ਦਰਸ਼ਨਦਾਸ ਜੀ, ਅਸੀਂ ਮਾਤਾ ਰਾਣੀ ਨੂੰ ਮੰਨਦੇ ਸੀ, ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਭਗਤ ਸੀ, ਸ੍ਰੀ ਕ੍ਰਿਸ਼ਨ ਜੀ ਨੂੰ ਬਹੁਤ ਮੰਨਦੇ ਸੀ ਤੇ ਪਹਿਲੀ ਵਾਰ ਮੈਨੂੰ ਮੇਰੇ ਸੁਪਨੇ ਵਿੱਚ ਮਾਤਾ ਮਨਸਾ ਦੇਵੀ ਨੇ ਕਿਹਾ ਕਿ ਪੁੱਤਰ ਹੁਣ ਤੂੰ ਇੱਕ ਸੱਚਾ ਤੇ ਪੂਰਨ ਉਹ ਨਿਰੰਕਾਰ ਜਿਹਨੂੰ ਕਹਿੰਦੇ ਹਨ, ਜਿਨ੍ਹਾਂ ਦੀ ਮੈਂ ਵੀ ਦਾਸੀ ਹਾਂ, ਹੁਣ ਤੈਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ, ਹੁਣ ਤੂੰ ਇੱਥੇ ਹੀ ਸੇਵਾ ਕਰ, ਇੱਥੇ ਹੀ ਆਪਣਾ ਕੰਮ ਕਰ, ਇੱਥੇ ਹੀ ਆਪਣਾ ਜੋ ਵੀ ਕੁਝ ਕਰਨਾ ਹੈ ਇੱਥੇ ਹੀ ਕਰ, ਮੈਂ ਤੈਨੂੰ ਇੱਥੇ ਹੀ ਸਭ ਕੁਝ ਬੈਠੇ ਬਿਠਾਏ ਦੇ ਦੇਣਾ ਹੈ। ਪਰ ਮੈਂ ਉਹਨਾਂ ਦੀ ਗੱਲ ਨਹੀਂ ਸਮਝ ਪਾਇਆ
ਬਸ ਮੈਂ ਮਹਾਰਾਜ ਜੀ ਦੀ ਸ਼ਰਨ ਜਾਂਦਾ ਰਿਹਾ, ਮਹਾਰਾਜ ਜੀ ਦਾ ਜਿਹੜਾ ਨਾਮ ਹੈ ਉਹ ਜਪਦਾ ਰਿਹਾ ਜੀ ਤੇ ਹਜੂਰ ਮਹਾਰਾਜ ਜੀ ਦੇ ਫਿਰ ਹੌਲੀ-ਹੌਲੀ ਉਹਨਾਂ ਦਾ ਨਾਮ ਸਿਮਰਨ ਕਰਕੇ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਇੱਕ ਵਾਰ ਸੁਪਨੇ 'ਚ ਆਏ ਜੀ ਕਿ ਇੱਕ ਡਾਇਣ ਸੀ, ਇੱਕ ਚੁੜੈਲ ਸੀ ਜਿਨ੍ਹਾਂ ਦੇ ਬਾਲ ਖੁੱਲੇ ਸੀ। ਜੀ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਲੈਣ ਆਈ ਹਾਂ ਤੇ ਤੁਸੀਂ ਮੇਰੇ ਨਾਲ ਚੱਲੋ। ਜੀ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੀ ਇੱਕ ਫੋਟੋ ਹੈਗੀ ਜਿਹੜੀ ਪਿਊਸ ਨੇ ਬਣਾਈ ਹੈ ਏਦਾਂ ਦੀ। ਜੀ ਹੈਗੀ ਹੈ, ਪਿੱਛੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ। ਜੀ ਉਹ ਫੋਟੋ ਦੇ ਵਿੱਚ ਹਜੂਰ ਉਹੀ ਮਹਾਰਾਜ ਦਰਸ਼ਨ ਦਾਸ ਜੀ ਆਣ ਕੇ ਉਸ ਚੁੜੈਲ ਦੇ ਜਿਹੜੇ ਬਾਲ ਸੀ ਉਹ ਫੜੇ ਤੇ ਬਸ ਉਹਨਾਂ ਨੇ ਕਿਹਾ ਤੂੰ ਜਾਣਦੀ ਹੈ ਇਹਨਾਂ ਨੂੰ ਕਿ ਇਹ ਕੌਣ ਹੈ? ਬਸ ਇੰਨੀ ਗੱਲ ਕਹੀ ਤੇ ਮਹਾਰਾਜ ਜੀ ਤੇਰੀ ਹਿੰਮਤ ਕਿਵੇਂ ਹੋਈ? ਬਸ ਇਹੀ ਗੱਲ ਕਹਿੰਦੇ ਕਹਿੰਦੇ ਉਸ ਚੁੜੈਲ ਦੇ ਬਾਲ ਇਸ ਕੰਧ ਤੇ ਮਾਰਨ, ਕਦੇ ਉਸ ਕੰਧ ਤੇ ਮਾਰਨ, ਕਦੀ ਇਸ ਕੰਧ ਤੇ ਮਾਰਨ। ਇਸ ਤਰੀਕੇ ਨਾਲ ਮੈਨੂੰ ਪੂਰਾ ਪਸੀਨਾ ਆਇਆ। 4 ਵਜੇ ਸਵੇਰੇ ਅੱਖਾਂ ਖੁੱਲੀ ਔਰ ਇਹ ਸੁਪਨਾ ਜਿਹੜਾ ਸੀ ਅਸੀਂ ਆਪਣੇ ਅੰਦਰ ਹੀ ਗੁੱਟ ਕੇ ਪੀ ਗਏ, ਦੱਸਿਆ ਨਹੀਂ ਕਿਸੇ ਨੂੰ। ਜੀ ਇੱਥੇ ਸਾਡੇ ਜਿਹੜੇ ਮਾਂ ਸੀ, ਪਿਓ ਸੀ ਜਾਂ ਜਿਹੜਾ ਪਰਿਵਾਰ ਸੀ ਉਹਨਾਂ ਦੇ ਵਿੱਚ ਮੈਂ ਵੱਡਾ ਸੀ ਤੇ ਘਰ ਵਾਲੇ ਕਹਿੰਦੇ ਸੀ ਤੂੰ ਆਪਣੀ ਜ਼ਿੰਮੇਵਾਰੀ ਲੈ, ਪਰ ਮੇਰਾ ਜਿਹੜਾ ਮਨ ਸੀ, ਮੇਰਾ ਜਿਹੜਾ ਲਗਾਵ ਸੀ ਉਹ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਚਰਨਾਂ ਕਮਲਾਂ ਵਿੱਚ ਜੁੜ ਗਿਆ ਸੀ। ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦਾ ਨਾਮ ਜਪਦੇ 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 ਜੋ ਵੀ ਸਤਸੰਗ ਦੇ ਵਿੱਚ ਕਿਹਾ ਜਾਂਦਾ ਅਸੀਂ ਉਸ ਤੇ ਅਮਲ ਕਰਨਾ ਜੀ ਤੇ ਹਰ ਇੱਕ ਸੇਵਾਦਾਰ ਦੇ ਅੰਦਰ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਨੂੰ ਵੇਖਣਾ। ਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਤੇ ਕਈ ਬੰਦੇ ਸਾਨੂੰ ਝੜਕ ਦਿੰਦੇ ਸੀ, ਕਹਿੰਦੇ ਹਟ ਪਿੱਛੇ ਚੱਲ ਚੱਲ ਤੇ ਪਿੱਛੇ। ਅਸੀਂ ਰੋ ਪੈਂਦੇ ਸੀ, ਅਸੀਂ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਸਰੂਪ ਅੱਗੇ ਕਿ ਮਹਾਰਾਜ ਜੀ ਸਾਡੇ ਕੋਲ ਪੈਸੇ ਨਹੀਂ, ਅਸੀਂ ਗਰੀਬ ਹਾਂ ਤੇ ਸਾਨੂੰ ਕੋਈ ਲੈ ਕੇ ਵੀ ਨਹੀਂ ਜਾ ਰਿਹਾ ਤੇ ਤੁਸੀਂ ਕਿਰਪਾ ਕਰੋ, ਕੁਝ ਇਹੋ ਜਿਹਾ ਕਰਮ ਕਰੋ ਦਾਤਾ ਕਿ ਅਸੀਂ ਤੇਰੇ ਚਰਨਾਂ ਨਾਲ ਜੁੜੇ ਰਹੀਏ। ਤੇ ਉੱਥੇ ਫਿਰ 90 ਦੇ ਵਿੱਚ ਅਸੀਂ ਮਿਸ਼ਨ ਦੇ ਵਿੱਚ ਆਏ, 92 ਦੇ ਵਿੱਚ ਅਸੀਂ ਨਾਮਦਾਨ ਲਿਆ, 97 ਦੇ ਵਿੱਚ ਲੋਨੀ ਡੇਰਾ ਸਾਹਿਬ ਮਿਲਿਆ। ਜੀ ਤੇ ਜਦੋਂ ਅਸੀਂ ਲੋਨੀ ਡੇਰਾ ਸਾਹਿਬ ਗਏ ਪਹਿਲੀ ਵਾਰ ਤੇ ਸਾਨੂੰ ਇੱਕਦਮ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਆਉਣ ਲੱਗ ਪਈ ਕਿ ਜਿਵੇਂ ਮੈਂ ਇੱਥੋਂ ਪਤਾ ਨਹੀਂ ਕਿਹੜਾ ਮੇਰਾ ਮਤਲਬ ਕਿ ਰਿਸ਼ਤਾ ਪੁਰਾਣਾ ਇੱਥੇ ਜੁੜਿਆ ਹੋਇਆ ਹੈ। ਜੀ ਹਰ ਥਾਂ ਮੈਂ ਦੀਪਾਵਲੀ ਤੋਂ ਮੋਮਬੱਤੀਆਂ ਜਗਾਈ, ਉੱਥੇ ਜਿੱਥੇ ਰਾਮਾਇਣ ਪਾਠ ਸੀ, ਜਿੱਥੇ ਰਾਮਾਇਣ ਦਾ ਪਾਠ ਹੁੰਦਾ ਸੀ ਜਾਂ ਬਾਈਬਲ ਦਾ, ਕੁਰਾਨ ਦਾ, ਜੀ ਜੀ ਉੱਥੇ ਤੇ ਦਰਬਾਰ ਬਿਲਡਿੰਗ ਸਾਹਿਬ ਹੈਗੀ, ਜੀ ਸਰੋਵਰ ਦੇ ਉਹਨੂੰ ਕੰਢਿਆਂ ਤੇ ਜਾ ਰਮਾਇਣ ਕੇ ਭਵਨ ਕਹਿੰਦੇ ਸੀ ਜੀ ਜੀ। ਉੱਥੇ ਰੋ ਰੋ ਕੇ ਮੈਂ ਮੋਮਬੱਤੀਆਂ ਜਲਾਈ ਕਿ ਇੱਥੇ ਮੇਰਾ ਕੀ ਮਤਲਬ ਕਿ ਰਿਸ਼ਤਾ ਹੈ ਜਾਂ ਕੌਣ ਹੈ, ਮੈਨੂੰ ਕੌਣ ਦੱਸੇਗਾ ਇਸ ਬਾਰੇ ਕਿ ਮੈਂ ਕਿਉਂ ਮਤਲਬ ਇੱਥੇ ਮੈਨੂੰ ਕੀ ਲਗਾਵ ਹੈ, ਮੇਰਾ ਮਨ ਕੀ ਹੈ। ਤੇ ਅਸੀਂ ਫਿਰ ਦਰਬਾਰ ਸਾਹਿਬ ਉੱਪਰ ਗਏ, ਉੱਥੇ ਸਾਨੂੰ ਪਹਿਲੀ ਵਾਰ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਨੇ ਦਰਸ਼ਨ ਦਿੱਤੇ, ਪਰ ਸਾਨੂੰ ਨਹੀਂ ਪਤਾ ਸੀ ਇਹ ਦਰਸ਼ਨ ਦਾਸ ਜੀ ਜੀ। ਉਹਨਾਂ ਨੇ ਸਫੇਦ ਕੁੜਤਾ ਪਾਇਆ ਸੀ ਮੈਲਾ ਜਾ ਤੇ ਲੁੰਗੀ ਪਾਈ ਸੀ ਤੇ ਪਗੜੀ ਬੰਦੀ ਹੋਈ ਸੀ ਤੇ ਉਹਨਾਂ ਨੇ ਕਿਹਾ ਆ ਗਿਆ ਕਾਕਾ, ਤੇ ਅਸੀਂ ਹਾਂ ਜੀ ਆ ਗਏ। ਮੋਮਬੱਤੀ ਜਲਾਈ ਉੱਪਰ, ਸਭ ਤੋਂ ਉੱਪਰ ਦਰਬਾਰ ਸਾਹਿਬ ਦੇ ਜੀ ਜੀ। ਤੇ ਦਰਬਾਰ ਉੱਥੋਂ ਅਸੀਂ ਡਰ ਗਏ। ਸਾਨੂੰ ਜਦੋਂ ਉਹਨਾਂ ਨੇ ਪੁੱਛਿਆ ਸਰਦਾਰ ਜੀ ਨੇ, ਹਜੂਰ ਮਹਾਰਾਜ ਦਰਸ਼ਨ ਦਾਸ ਜੀ ਨੇ ਕਿ ਆ ਗਿਆ ਕਾਕਾ, ਜਿਵੇਂ ਅਸੀਂ ਤੁਹਾਨੂੰ ਵੇਖ ਰਹੇ ਹਾਂ ਬਿਲਕੁਲ ਇਸੇ ਤਰੀਆਂ ਉਹਨਾਂ ਨੇ ਪਹਿਲੀ ਵਾਰ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਦਿੱਤੇ। ਵਾਹ। ਤੇ ਸਾਨੂੰ ਬੁਖਾਰ ਹੋਇਆ 3 ਦਿਨ ਜੀ। ਤੇ ਉਹਨਾਂ ਦੀ ਫੋਟੋ ਸਾਡੀ ਅੱਖੋਂ ਨਾ ਜਾਵੇ। ਉਹਦੇ ਬਾਅਦ ਸਾਡੇ ਕੋਲ ਪੈਸੇ ਦੀ ਤੰਗੀ ਦੇ ਕਰਕੇ ਤੇ ਸਾਡੇ ਜਿਹੜੇ ਡੈਡੀ ਸੀ, ਫਾਦਰ ਸੀ, ਉਹ ਵੀ ਸਾਨੂੰ ਝਿੜਕਣ, ਗਾਲਾਂ ਕੱਢਣ ਮਾੜੀਆਂ ਤੇ ਇੰਨੀ ਗੰਦੀਆਂ ਗਾਲਾਂ ਕਿ ਮੈਂ ਦੱਸ ਨਹੀਂ ਸਕਦਾ ਕਿ ਤੂੰ ਕੀ ਜਾ ਰਿਹਾ ਉੱਥੇ, ਕੀ ਤੇਰਾ ਬਣੇਗਾ, ਕੀ ਮਿਲਦਾ ਤੈਨੂੰ ਉੱਥੇ। ਤੇ ਇੱਕ ਵਾਰ ਇੱਕ ਹੋਰ ਵੀ ਇਹੋ ਜਿਹੀ ਗੱਲ ਬਣੀ ਕਿ ਸਾਡੀ ਇੱਕ ਗਾਂ ਸੀ ਜੀ। ਤੇ ਸਾਡੇ ਫਾਦਰ ਜਿਹੜੇ ਸੀ ਉਹ ਆਖਦੇ ਸੀ, ਕਹਿੰਦੇ ਤੇਰੇ ਦਰਸ਼ਨ ਦਾਸ ਵਿੱਚ ਤਾਕਤ ਹੈ, ਤੇਲੇ ਫਿਰ ਇੱਕ ਦੁੱਧ ਨਹੀਂ ਦਿੰਦੀ, ਇਹਨੂੰ ਦੁੱਧ ਦਿਲਾ ਕੇ ਦਿਖਾ। ਵਾਹ। ਤੇ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਪੋਸਟਰ ਲੱਗੇ ਸੀ ਸ਼ਹੀਦੀ ਦਿਵਸ ਦੇ, 11 ਨਵੰਬਰ ਸ਼ਹੀਦੀ ਦਿਵਸ ਦੇ। ਉਹ ਪੋਸਟਰ ਅਸੀਂ ਆਪਣੇ ਘਰ ਲਾਏ ਹੋਏ ਸੀ। ਮੈਂ ਇੱਕ ਪੋਸਟਰ ਗਾਂ ਦੇ ਪਿੱਛੇ ਲਾ ਦਿੱਤਾ, ਇੱਕ ਦਾएं ਲਾ ਦਿੱਤਾ, ਇੱਕ ਬਾएं ਲਾ ਦਿੱਤਾ, ਇੱਕ ਮੂੰਹ ਤੇ ਲਾ ਦਿੱਤਾ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਸਿਰਫ ਧੰਨ ਗੁਰੂ ਦਰਸ਼ਨ ਕਹਿ ਕੇ ਔਰ 5 ਵਾਰ ਨਾਨਕ ਨਾਮ ਚੜ੍ਹਦੀ ਕਲਾ ਕਹਿ ਕੇ ਜਾਓ, ਦੁੱਧ ਕੱਢ ਲਓ, ਤੁਹਾਡੀ ਗਾਂ ਦੁੱਧ ਦੇ ਦੇਗੀ। ਤੇ ਉਹ ਗਾਂ ਨੇ ਜਦ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਸੀ
ਉਸ ਜੀ। ਗਾਂ ਨੇ ਪੂਰਾ 3 ਕਿਲੋ ਦੁੱਧ ਦਿੱਤਾ। ਵਾਹ ਵਾਹ, ਨਾਨਕ ਨਾਮ ਚੜ੍ਹਦੀ ਕਲਾ ਇਹ ਤੇਰੇ ਹਜ਼ੂਰ ਮਹਾਰਾਜ ਭਾਣੇ। ਦਰਸ਼ਨ ਦਾਸ ਜੀ ਦੀ ਕਿਰਪਾ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿਹੜੀ ਕਿਰਪਾ, ਮਹਾਰਾਜ ਦਰਸ਼ਨ ਦਾਸ ਜੀ ਕਿੱਥੇ ਹੈ? ਕਈ ਬੰਦੇ ਕਹਿੰਦੇ ਨੇ ਕਿੱਥੇ ਹੈ ਸਤਿਗੁਰੂ, ਸਾਨੂੰ ਨਹੀਂ ਦਿਸਦਾ। ਕਈ ਡੋਲ ਜਾਂਦੇ ਹਨ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਜਿਹੜੇ ਡੋਲਦੇ ਹਨ, ਸ਼ੰਕਾ ਕਰ ਲੈਂਦੇ ਹਨ ਆਪਣੇ ਗੁਰੂ। ਉਹਦੇ ਬਾਅਦ ਹਜ਼ੂਰ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ, ਲੋਨੀ ਡੇਰੇ ਵਾਸਤੇ ਅਸੀਂ ਤਰਸਦੇ ਸੀ, ਜੀ ਕੋਈ ਸਾਨੂੰ ਲੈ ਕੇ ਵੀ ਨਹੀਂ ਜਾਇਆ ਕਰਦਾ ਸੀ। ਕਈਆਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਨੂੰ ਲੈ ਚਲੋ, ਅਸੀਂ ਮਹਾਰਾਜ ਜੀ ਦੇ ਦਰਬਾਰ ਜਾਣਾ ਚਾਹੁੰਦੇ ਹਾਂ। ਕਹਿੰਦੇ ਤੇਰੇ ਕੋਲ ਪੈਸੇ ਹੈ, ਜੀ, ਕਿਰਾਇਆ ਹੈ ਤੇਰੇ ਕੋਲ? ਕਿਰਾਇਆ ਹੈਗਾ? ਮੈਂ ਕਿਹਾ ਜੀ ਮੇਰੇ ਕੋਲ ਤੇ ਸਿਰਫ ਇੱਕ ਮਹਾਰਾਜ ਦਰਸ਼ਨ ਦਾਸ ਜੀ ਦਾ ਨਾਮ ਹੈ, ਕੁਝ ਵੀ ਨਹੀਂ ਹੈ, ਮੈਂ ਤੇ ਬਹੁਤ ਗਰੀਬ ਹਾਂ। ਤੇ ਉਹਨਾਂ ਨੇ ਮੈਨੂੰ ਝਿੜਕ ਦੇਣਾ। ਫਿਰ ਇਦਾਂ ਹੀ 97 ਦੇ ਵਿੱਚ ਹੀ ਆਪਣਾ ਅੱਗੇ ਫਿਰ ਵੱਧਦੇ ਸਰਵਣ ਪਾਰਕ ਚੜਵਿੰਦਾ ਦਾਸ ਬਾਬਾ ਜੀ ਨੇ ਦਰਬਾਰ ਬਣਾਇਆ। ਬਲਵੰਤ ਬਾਬਾ ਜੀ, ਜਿਹਨੂੰ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਡੇ ਨਾਲ ਸੇਵਾ ਕੀਤੀ ਹੈ। ਜੀ ਜੀ। ਤੇ ਉੱਥੇ ਸਾਨੂੰ ਪਤਾ ਲੱਗਿਆ, ਸਾਡੇ ਸੇਵਾਦਾਰ ਉੱਥੇ ਜਾਂਦੇ ਸੀ ਕਿਤੇ, ਤੇ ਅਸੀਂ ਬੜੇ ਖੁਸ਼ ਹੋਏ। ਅਸੀਂ ਜ਼ਿਆਦਾਤਰ ਨਾਂਗਲੋਈ ਰੁਕਦੇ ਸੀ ਜੀ। ਤੇ ਸਾਡੇ ਬੀਜੀ ਦਾ ਘਰ ਜਿਹੜਾ ਨਾਂਗਲੋਈ ਸੀ, ਉੱਥੇ ਜੀ ਮਹਾਰਾਜ ਦਰਸ਼ਨ ਦਾਸ ਦੀ ਬੜੀ ਸੰਗਤ ਹੈ, ਉਹ ਜਾਂਦੀ ਸੀ। ਜੀ। ਅਸੀਂ ਬੜੇ ਖੁਸ਼ ਹੋਏ ਕਿ ਦਰਸ਼ਨ ਅਗਮ ਰੂਪ ਜਗ ਮਾਹੇ ਸਮਾਇਆ, ਤੂੰ ਸਭਨੀ ਥਾਈ ਹਰਿ ਰਾਇਆ, ਕਿ ਦਰਸ਼ਨ ਦਾਸ ਤੂੰ ਸਭ ਥਾਂ ਹੈ, ਬਸ ਤੈਨੂੰ ਖੋਜਣ ਦੀ ਲੋੜ ਹੈ, ਤੇਰੀ ਸੇਵਾ ਕਰਨ ਦੀ ਲੋੜ ਹੈ, ਸੱਚੇ ਮਨ ਨਿਸਵਾਰਥ ਭਾਵਨਾ ਨਾਲ ਤੇਰਾ ਨਾਮ ਜਪਣ ਦੀ ਲੋੜ ਹੈ, ਤੂੰ ਹਰ ਬੰਦੇ ਨੂੰ ਇੱਕਦਮ ਸਾਹਮਣੇ ਦਰਸ਼ਨ ਦੇ ਸਕਦਾ। ਇਹ ਭਾਵਨਾ ਲੈ ਕੇ ਅਸੀਂ ਪੈਦਲ ਚ ਗਏ, 3-4 ਕਿਲੋਮੀਟਰ ਰੋਜ਼ਾਨਾ ਪੈਦਲ ਜਾਣਾ ਜੀ ਦਰਬਾਰ। ਤੇ ਉੱਥੇ ਇਹ ਬਲਵੰਤ ਬਾਬਾ ਜੀ ਸੀ, ਇਹ ਬੜੇ ਚੋਟ ਖਾਏ ਹੋਏ ਸੀ, ਤੇ ਇਹਨਾਂ ਦੇ ਅੰਦਰ ਵੀ ਬੈਰਾਗ ਸੀ ਉਸ ਵੇਲੇ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦਾ। ਤੇ ਉੱਥੇ ਸਾਰੇ ਹੀ ਬੰਦੇ ਸਾਨੂੰ ਝਿੜਕ ਦਿੰਦੇ ਸੀ। ਅਸੀਂ ਕਹਿੰਦੇ ਜੀ ਦਰਬਾਰ ਸੇਵਾ ਕਰਨੀ ਹੈ, ਰੁਕ ਕੇ ਸੇਵਾ ਕਰਨੀ ਹੈ। ਕਹਿੰਦੇ ਜਾ ਭੱਜਾਂ ਇੱਥੋਂ, ਸ਼ਾਮ ਹੋ ਗਈ, ਚੱਲ ਦੌੜ ਜਾ। ਨੀਮਵਾਲ ਸਾਹਿਬ ਤੁਸੀਂ ਜਾਣਦੇ ਹੋ, ਨੀਮਵਾਲ ਇੱਕ ਨੀਮਵਾਲ ਸੀ, ਹੋਇਆ ਕਰਦੇ ਸੀ ਬੜੀ ਚੰਗੀ ਤਰ੍ਹਾਂ ਵਿਜੇ ਦੇ ਡੈਡੀ। ਜੀ ਜੀ। ਉਹਨਾਂ ਦੀ ਡਿਊਟੀ ਹੋਇਆ ਕਰਦੀ ਸੀ, ਉਹ ਸਾਨੂੰ ਝਿੜਕ ਦਿਆ ਕਰਦਾ ਸੀ, ਪਰ ਜਦ ਕੋਈ ਕੰਮ ਹੁੰਦਾ ਸੀ ਤੇ ਉਹ ਸਾਨੂੰ ਕਿਹਾ ਕਰਦਾ ਸੀ, ਕਹਿੰਦੇ ਜਾਓ ਇਹ ਕੰਮ ਕਰਕੇ ਆਓ। ਮੈਂ ਸਤਵਚਨ ਕਹਿ ਕੇ ਚਲਾ ਜਾਇਆ ਕਰਦਾ ਸੀ, ਧੰਨ ਦਰਸ਼ਨ। ਉਹਦੇ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਕੰਮ ਕਰੋ, ਜਾਓ ਮਹਾਰਾਜ ਨੂੰ ਲੰਗਰ ਛਕਾ ਕੇ ਆਓ। ਸਤਿਗੁਰੂ ਨੂੰ ਲੰਗਰ ਦਾ ਥਾਲੀ ਦਿੱਤੀ ਸਾਨੂੰ, ਕਹਿੰਦੇ ਜਾਓ ਲੰਗਰ ਛਕਾ ਕੇ ਆਓ, ਭੋਗ ਲਗਾ ਕੇ ਆਓ। ਭੋਗ ਲਗਾ ਕੇ ਆਓ ਜੀ। ਮੈਂ ਕਿਹਾ ਜੀ ਭੋਗ, ਮੈਂ ਕਿਹਾ ਜੀ ਮਹਾਰਾਜ ਜੀ ਕਿੱਥੇ ਬੈਠੇ ਨੇ? ਕਹਿੰਦੇ ਉਹ ਗੱਦੀ ਲੱਗੀ ਹੈ, ਜਾ ਉੱਥੇ। ਮੈਂ ਕਿਹਾ ਜੀ ਗੱਦੀ ਤੇ ਫੋਟੋ ਕਿਵੇਂ ਖਾ ਲੇਗੀ ਪ੍ਰਸ਼ਾਦਾ? ਤੇ ਉਹ ਸਾਡੇ ਅੰਦਰ ਇੱਕ ਭੋਲਾਪਨ ਇੰਨਾ ਸੀ ਬਹੁਤ ਜ਼ਿਆਦਾ ਕਿ ਮਹਾਰਾਜ ਜੀ ਫੋਟੋ ਕਿਵੇਂ ਛਕ ਲੇਗੀ ਲੰਗਰ, ਇਹ ਤੇ ਮੈਨੂੰ ਬਾਹਰ ਕੱਢ ਦੇਣਗੇ ਡੇਰੇ ਤੋਂ। ਤੇ ਹਜ਼ੂਰ ਮਹਾਰਾਜ ਦਰਸ਼ਨ ਦਾਸ, ਮੈਂ ਡਰਦੇ ਮਹਾਰਾਜ ਜੀ ਦੀ ਪਲੇਟ ਪਹਿਲੀ ਵਾਰ ਪ੍ਰਥਮ ਵਾਰ ਉੱਥੇ ਲੈ ਕੇ ਗਿਆ, ਤੇ ਮੈਂ ਹਜ਼ੂਰ ਮਹਾਰਾਜ ਨੂੰ ਕਿਹਾ ਦੇਖੋ ਜੀ ਉਹ ਮੈਨੂੰ ਡੇਰੇ ਤੋਂ ਕੱਢ ਦੇਣਗੇ ਦਰਬਾਰ, ਆਪ ਜੀ ਭੋਗ ਲਗਾ ਲਓ, ਸਤਿਗੁਰੂ ਭੋਗ ਲਗਾ ਲਓ। ਉਹ ਬੈਰਾਗ ਸੀ ਅੰਦਰ ਬਹੁਤ ਜ਼ਿਆਦਾ ਕਿ ਭੋਗ ਲਗਾ ਲਓ ਪਾਤਸ਼ਾਹ, ਪਰ ਉਹਨਾਂ ਨੇ ਭੋਗ ਨਹੀਂ ਲਗਾਇਆ ਜੀ, ਕਿਉਂਕਿ ਉਹ ਫੋਟੋ ਸੀ। ਫਿਰ ਮੈਂ ਅੱਖਾਂ ਬੰਦ ਕੀਤੀ, ਓਏ ਹੋਏ ਸੋਰੀ ਮੈਨੂੰ ਪਤਾ ਤੁਸੀਂ ਸ਼ਾਇਦ ਸਾਹਮਣੇ ਨਹੀਂ ਖਾਂਦੇ, ਮੈਂ ਅੱਖਾਂ ਬੰਦ ਕਰ ਲੈਂਦਾ, ਤੁਸੀਂ ਛਕ ਲਓ। ਉੱਥੇ ਅਸੀਂ ਇਹ ਕਹਿੰਦੇ ਰਹੇ ਅਰਜੋਈ ਨਿਰਾਦਾਰ ਕਹਿ ਕੇ, ਪਰ ਉਹਨਾਂ ਨੇ ਲੰਗਰ ਨਹੀਂ ਖਾਧਾ। ਫਿਰ ਮੈਂ ਇੱਕ ਅੱਖ ਬੰਦ ਕਰਕੇ ਦੇਖੀ ਕਿ ਬਈ ਤੁਸੀਂ ਲੰਗਰ ਨਹੀਂ ਖਾ ਰਹੇ, ਤੁਸੀਂ ਲੰਗਰ ਛਕ ਲਓ ਪ੍ਰਭੂ, ਜੇ ਮੇਰੀ ਕੁਝ ਵੀ ਸੇਵਾ ਤੁਸੀਂ ਪ੍ਰਵਾਨ ਕੀਤੀ ਹੈ ਤੇ ਲੰਗਰ ਛਕ ਲਓ। ਤੇ ਉੱਥੇ ਪਹਿਲੀ ਵਾਰ ਦੂਜੀ ਵਾਰ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਨੇ ਮੈਨੂੰ ਦਰਸ਼ਨ ਦਿੱਤੇ, ਤੇ ਉਹਨਾਂ ਨੇ ਇੱਕ ਬੁਰਕੀ ਜਿਹੜੀ ਸੀ ਉਹ ਤੋੜ ਕੇ ਛਕੀ, ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਫੋਟੋ ਦੇ ਅੰਦਰੋਂ। ਇਹ ਦੂਜੇ ਦਰਸ਼ਨ ਹੈ। ਅੱਛਾ ਜੀ। ਤੇ ਉੱਥੇ ਜਦੋਂ ਰੋਟੀ ਤੋੜੀ ਤੇ ਜਦ ਅਸੀਂ ਉਹ ਲੰਗਰ ਲੈ ਕੇ ਗਏ ਦਾਸ ਨੀਮਵਾਲ ਜੀ ਕੋਲ, ਤੇ ਉਹ ਨੀਮਵਾਲ ਕਹਿੰਦੇ ਗਏ ਰੋਟੀ ਕਿਵੇਂ ਤੋੜੀ ਹੈ? ਮੈਂ ਕਿਹਾ ਜੀ ਇਹ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਨੇ ਖਾਈ। ਕਹਿੰਦੇ ਮਾਰਾਂਗਾ ਤੈਨੂੰ, ਝੂਠ ਬੋਲਦਾ, ਮਹਾਰਾਜ ਜੀ ਕਿਵੇਂ ਖਾ ਸਕਦੇ ਆ? ਉਹ ਫੋਟੋ ਖਾ ਸਕਦੀ ਹੈ ਕੋਈ? ਮੈਂ ਕਿਹਾ ਜੀ ਮੈਂ ਝੂਠ ਨਹੀਂ ਬੋਲਦਾ, ਮੇਰੀ ਗੱਲ ਦਾ ਯਕੀਨ ਕਰੋ। ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਨੇ ਆਪਣੇ ਆਪ ਇਹ ਰੋਟੀ ਤੋੜ ਕੇ ਤੇ ਇੱਥੇ ਖਾ ਕੇ ਤੇ ਫਿਰ ਇੱਥੇ ਰੱਖੀ ਹੈ, ਔਰ ਉਹਨਾਂ ਨੇ ਮੇਰੀ ਗੱਲ ਦਾ ਯਕੀਨ ਨਹੀਂ ਕੀਤਾ। ਉਹਦੇ ਬਾਅਦ ਅਸੀਂ ਧੂਣੇ ਤੇ ਮਹਾਰਾਜ ਜੀ ਦਾ ਜਿਹੜਾ ਗੁਰੂ ਬਾਣੀ ਸੀ ਮਹਾਰਾਜ ਦਰਸ਼ਨ ਦਾਸ ਜੀ ਦੀ, ਜਿਸਨੇ ਖੋਜਾ ਉਸਨੇ ਪਾਇਆ, ਹਿਰਦੇ ਅੰਦਰ ਨਾਮ ਵਸਾਇਆ, ਅਸੀਂ ਸਿਮਰਨ ਕੀਤਾ ਮਹਾਰਾਜ ਜੀ ਦਾ।
खूब बंदगी की, 6 घंटे 8 घंटे 2.5 घंटे 3 घंटे लगातार एक लत्ते खड़े होके इदां ਉੱਪਰ ਕਰਕੇ ਮਹਾਰਾਜ ਜੀ ਨੂੰ ਕਿ ਮਹਾਰਾਜ ਦਰਸ਼ਨਦਾਸ ਜੀ ਨੂੰ ਪ੍ਰਗਟ ਕਰਨਾ ਹੈ, ਕਿਵੇਂ ਵੀ ਕਰਨਾ ਹੈ। तो ਹਜੂਰ ਮਹਾਰਾਜ ਦਰਸ਼ਨਦਾਸ ਜੀ ਨੇ ਉੱਥੇ ਉਹਨਾਂ ਦੀ ਫੋਟੋ ਹੈਗੀ ਇੱਕ, ਸ਼ਾਇਦ ਆਪ ਜੀ ਨੇ ਵੇਖਿਆ, ਉਹ ਬਲੈਕ ਐਂਡ ਵਾਈਟ, ਜਿਵੇਂ ਉਹ ਐਦਾਂ ਕਰਕੇ ਬੈਠੇ ਹੋਏ ਨੇ ਗੰਗਾ ਸਨਾਨ ਤੇ। ਉਥੋਂ ਹਜੂਰ ਮਹਾਰਾਜ ਦਰਸ਼ਨਦਾਸ ਜੀ ਦੇ ਤੀਰ ਨਿਕਲਣੇ ਸ਼ੁਰੂ ਹੋਏ। शिव जी भोले भंडारी ਦੀ ਫੋਟੋ ਲੱਗੀ ਸੀ, ਕਿਉਂਕਿ ਜ਼ਿਆਦਾਤਰ ਇਹ ਹਵਨ 'ਚ ਬੈਠਦੇ ਨੇ ਬਲਵੰਤ ਜੀ ਬਾਬਾ ਜੀ। ਜੀ 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 ਤੇ ਜੀ ਅਸੀਂ ਇਹਨਾਂ ਦੀ ਸਾਮਗਰੀ ਵਗੈਰਾ ਸਭ ਫੂਕ ਦਿਆ ਕਰਦੇ ਸੀ। ਇਹ ਕੁਝ ਕਿਹਾ ਤੇ ਨਹੀਂ ਕਰਦੇ ਸੀ, ਪਰ ਉਹਨਾਂ ਦੇ ਬੰਦੇ ਸਾਨੂੰ ਡਾਂਟ ਦਿਆ ਕਰਦੇ ਸਨ। ਤੇ ਉਹ ਮਹਾਰਾਜ ਜੀ ਦੇ ਜਿਹੜੇ ਦਰਸ਼ਨਦਾਸ, ਹਜੂਰ ਮਹਾਰਾਜ ਦਰਸ਼ਨਦਾਸ ਜੀ ਦੀ ਜਿਹੜੀ ਫੋਟੋ ਸੀ, ਉਹਨਾਂ ਦੇ ਵਿੱਚੋਂ ਤੀਰ ਨਿਕਲਦੇ ਸੀ। ਇਹ ਤੀਰ ਨਿਕਲਦੇ ਸੀ ਤੇ ਇੱਕਦਮ ਸਰੀਰ ਦੇ ਵਿੱਚ ਵੜ ਜਾਇਆ ਕਰਦੇ ਸੀ। ਹੁਣ ਇਹ ਗੱਲ ਅਸੀਂ ਕਿਸੇ ਨੂੰ ਦੱਸਣੀ ਨਹੀਂ, ਕਿਉਂਕਿ ਇੱਕ ਰੋਟੀ ਦੀ ਗੱਲ ਦੱਸੀ ਤਾਂ ਇੰਨੀ ਡਾਂਟ ਪੈ ਗਈ ਦਾਸ ਨੀਮਵਾਲ ਜੀ ਕੋਲੋਂ। ਤੇ ਇਹ ਗੱਲਾਂ ਅਸੀਂ ਆਪਣੇ ਭੀਤਰ, ਆਪਣੇ ਅੰਦਰੋਂ ਰੱਖੀ। ਹਜੂਰ ਮਹਾਰਾਜ ਦਰਸ਼ਨਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਇਹ ਤੀਸਰਾ ਆਸ਼ੀਰਵਾਦ ਹੈ। ਉਹਦੇ ਬਾਅਦ ਹਜੂਰ ਮਹਾਰਾਜ ਦਰਸ਼ਨਦਾਸ ਜੀ की ਭਗਤੀ ਨੂੰ ਅਜਮਾਉਣ ਦੀ ਕੋਸ਼ਿਸ਼ ਕੀਤੀ ਕਿ हे ਸਤਿਗੁਰੂ ਦਰਸ਼ਨਦਾਸ, ਤੇਰੇ ਨਾਮ ਦੇ ਵਿੱਚ ਸ਼ਕਤੀ ਹੈ, ਤੇਰੇ ਅਬਿਨਾਸੀ ਦੇ ਵਿੱਚ ਸ਼ਕਤੀ ਹੈ। ਤੇ हे ਸੱਚੇ ਪ੍ਰਮਾਤਮਾ, ਉਹ ਬਲਵੰਤ ਨੂੰ ਜਿਹੜੇ ਤੇਰੇ ਹਜੂਰ ਬਾਬਾ ਜੀ ਹਨ, ਉਹਨਾਂ ਨੂੰ ਇਸੇ ਵੇਲੇ ਹੀ ਰਾਤ ਕੇ 2:30 ਵਜੇ ਸੀ, ਡਾਕਟਰਾਂ ਨੂੰ ਉਹਨਾਂ ਨੂੰ ਮਨਾ ਕੀਤਾ ਸੀ ਕਿ ਤੁਸੀਂ ਦਰਬਾਰ ਨਹੀਂ ਜਾਣਾ। ਉਹਨਾਂ ਨੂੰ ਕੋਈ ਬਲੋਕ ਹੋ ਗਈ ਸੀ ਉਹਨਾਂ ਦੀ ਜਿਹੜੀ ਲੱਤ, ਤੇ ਡਾਕਟਰਾਂ ਨੇ ਸਾਫ਼ ਮਨਾ ਕਲੀਅਰ ਕੀਤਾ ਸੀ ਕਿ ਤੁਸੀਂ ਬਿਲਕੁਲ ਵੀ ਦੁਨੇ ਸਾਹਿਬ ਹਵਨ ਤੇ ਨਹੀਂ ਬਹਿ ਸਕਦੇ। ਤੇ ਅਸੀਂ ਫਿਰ ਵੀ ਇੱਕ ਜਿੱਦ ਕਰਕੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਸਿਮਰਨ ਕੀਤਾ, ਔਰ ਰਾਤ ਨੂੰ 2:30 ਵਜੇ ਹੀ ਬਲਵੰਤ ਬਾਬਾ ਜੀ ਨੂੰ ਰੋਣੀ ਸੈਕਟਰ ਨੰਬਰ 5 ਤੋਂ ਸਰਵਣ ਪਾਰਕ ਖੀंच ਦਿੱਤਾ। ਉਸ ਦਿਨ ਸਾਨੂੰ ਪੂਰਾ ਵਿਸ਼ਵਾਸ ਔਰ ਪੂਰਾ ਭਰੋਸਾ ਹੋਇਆ। ਆ ਕੇ ਬਲਵੰਤ ਬਾਬਾ ਜੀ ਨੇ ਸਾਨੂੰ ਕਿਹਾ, ਕਹਿੰਦੇ ਕਿ ਤੁਸੀਂ ਇਦਾਂ ਜਿੱਦ ਨਾ ਕਰਿਆ ਕਰੋ, ਮੈਨੂੰ ਮਨਾ ਕੀਤਾ ਹੈ ਡਾਕਟਰਾਂ ਨੇ। ਤੇ ਉਸ ਵੇਲੇ ਸਾਨੂੰ ਬਹੁਤ ਭਰੋਸਾ ਹੋਇਆ, ਆਪਣੇ ਆਪ ਤੇ ਵਿਸ਼ਵਾਸ ਹੋਇਆ ਕਿ ਮੇਰਾ ਸਤਿਗੁਰੂ ਦਰਸ਼ਨਦਾਸ ਪੂਰਾ ਹੈ, ਸਮਰੱਥ ਹੈ, ਔਰ ਜਿਨ੍ਹਾਂ ਨੇ ਵੀ ਉਹਨਾਂ ਦੀ ਭਗਤੀ ਕੀਤੀ ਹੈ ਜਾਂ ਜਿਹੜੇ ਕਰ ਰਹੇ ਹਨ, ਉਹਨਾਂ ਦਾ ਬੇੜਾ ਪਾਰ ਉਹਨਾਂ ਨੇ ਆਪ ਕਰਨਾ ਹੈ। ਸਤਿਗੁਰੂ ਦਰਸ਼ਨਦਾਸ ਜੀ ਮਹਾਰਾਜ ਦੇ ਬਾਅਦ ਸਾਨੂੰ ਇੱਕ ਬੀਬਾ ਮਿਲੀ, ਜਿਹੜੀ ਜਿਨ੍ਹਾਂ ਦਾ ਸਾਈਂ ਆਪਣੇ ਮੇਰਠ ਵਾਲੇ ਜਿਹੜੇ ਉਹਨਾਂ ਦੀ ਗੁੱਡੀ ਛਿੰਦੋ। ਹਾਂਜੀ ਜੀ ਜੀ। ਉਹ ਭੈਣ ਜੀ ਸਾਨੂੰ ਸਾਡੇ ਨਾਲ ਗੱਲ ਕਰਨ ਲੱਗ ਪਈ ਸਾਨੂੰ ਵੇਖ ਕੇ। ਤੇ ਉਹਨਾਂ ਨੇ ਪਹਿਲੀ ਵਾਰ ਹਜੂਰ ਮਹਾਰਾਜ ਦਰਸ਼ਨਦਾਸ ਜੀ ਦੇ ਬਾਰੇ ਦੱਸਿਆ। ਜੀ ਹਜੂਰ ਮਹਾਰਾਜ ਦਰਸ਼ਨਦਾਸ ਜੀ ਕੌਣ ਹਨ, ਹਜੂਰ ਮਹਾਰਾਜ ਦਰਸ਼ਨਦਾਸ ਜੀ ਕੀ ਹਨ, ਹਜੂਰ ਮਹਾਰਾਜ ਦਰਸ਼ਨਦਾਸ, ਇਹ ਸਾਰਾ ਹੀ ਮਿਸ਼ਨ ਹਜੂਰ ਮਹਾਰਾਜ ਦਰਸ਼ਨਦਾਸ ਜੀ ਕਾ ਹਨ। ਤੇ ਮੈਨੂੰ ਬੜਾ ਇੱਕ ਅੰਦਰ ਭਲੇਖਾ ਲੱਗਿਆ ਕਿ ਜੇ ਹਜੂਰ ਮਹਾਰਾਜ ਦਰਸ਼ਨਦਾਸ ਜੀ, ਫਿਰ ਇਹ ਕਿਉਂ ਨਹੀਂ ਦੱਸਦੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਬਾਰੇ। ਤੇ ਕਹਿੰਦੇ ਇਹ ਬਹੁਤ ਵੱਡੀ ਕਹਾਣੀ ਹੈ ਦਾਸ ਜੀ, ਇਹ ਤੁਹਾਨੂੰ ਅਸੀਂ ਬਾਅਦ 'ਚ ਕਰਾਂਗੇ ਗੱਲ, ਪਹਿਲਾਂ ਤੁਸੀਂ ਮੇਰਠ ਆਓ। ਤੇ 98 ਦੇ ਵਿੱਚ ਅਸੀਂ ਮੇਰਠ ਗਏ। ਅੱਛਾ, ਤੁਸੀਂ ਪਹਿਲੋਂ ਮੇਰਠ ਨਹੀਂ ਸੀ, ਤੁਸੀਂ ਦਿੱਲੀ ਰਹਿੰਦੇ ਸੀਗੇ? ਨਹੀਂ, ਅਸੀਂ ਕੁੰਡਲੀ ਰਹਿੰਦੇ ਸੀ, ਕੁੰਡਲੀ। ਅੱਛਾ, ਕੁੰਡਲੀ ਰਹਿੰਦੇ ਸੀ, ਠੀਕ ਹੈ, ਓਕੇ। ਸਿੰਘੂ ਬਾਰਡਰ, ਠੀਕ ਹੈ। ਇੱਥੋਂ ਫਿਰ ਤੁਹਾਡਾ ਮੇਰਠ ਦਾ ਸਫ਼ਰ ਸ਼ੁਰੂ ਹੋਇਆ ਇੱਥੋਂ ਮੇਰਠ ਦਾ ਸ਼ੁਰੂ ਹੋਇਆ। ਮੇਰਠ ਵਾਲੀ ਭੈਣ ਜੀ ਹੈ, ਬਹੁਤ ਪੁਰਾਣੇ ਸੇਵਾਦਾਰ ਹੈ, ਸਾਈਂ ਦੀ ਕੁੜੀ ਹੈ। ਉਹਨਾਂ ਦੀ ਮੰਮੀ ਹਜੂਰ ਮਹਾਰਾਜ ਦਰਸ਼ਨਦਾਸ ਜੀ ਦੀ ਗੱਦੀ ਦੇ ਲਾਗੇ ਵਰਦੀ ਪਾ ਕੇ ਡਿਊਟੀ ਕਰਿਆ ਕਰਦੇ ਸੀ, ਜਿਹਨੂੰ ਚਾਚੀ ਕਿਹਾ ਕਰਦੇ ਸੀ ਹਜੂਰ ਮਹਾਰਾਜ ਦਰਸ਼ਨਦਾਸ ਜੀ 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 ਹਾਂਜੀ। ਔਰ ਓਮ ਬਾਬਾ ਜੀ ਕ੍ਰਿਸ਼ਨਾ ਕਿਹਾ ਕਰਦੇ ਸੀ ਜੀ ਜੀ। ਤੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਨੇ ਮਨਾ ਵੀ ਕੀਤਾ ਸੀ ਲੋਕਾਂ ਨੂੰ ਕਿ ਕੋਈ ਵੀ ਬਾਬਾ ਕਿਸੇ ਦੇ ਘਰ ਨਹੀਂ ਜਾਏਗਾ, ਕਿਉਂਕਿ ਨਸੀਬ ਬਾਬਾ ਜੀ ਨੇ ਇੱਕ ਵਾਰ ਇੱਕ ਗੱਲ ਹੋਈ ਸੀ ਛੋਟੀ ਜੀ, ਕਿ ਨਸੀਬ ਬਾਬਾ ਜੀ ਨੇ, ਇੱਕ ਬੀਬੀ ਨੇ ਨਸੀਬ ਬਾਬਾ ਜੀ ਨੂੰ ਘਰ ਬੁਲਾਇਆ ਤੇ ਉਹ ਸਾਰੇ ਪਕੌੜੇ ਤੇ ਸਾਰੇ ਸਮੋਸੇ ਛਕ ਗਏ। ਤੇ ਕੱਲ ਨੂੰ ਜਾ ਕੇ ਉਸ ਬੀਬੀ ਨੇ ਨਸੀਬ ਬਾਬਾ ਜੀ ਦੀ ਹਜੂਰ ਮਹਾਰਾਜ ਦਰਸ਼ਨਦਾਸ ਜੀ ਤੋਂ ਸ਼ਿਕਾਇਤ ਕੀਤੀ ਤੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਨੇ ਮਨਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਬਾਬਾ ਜੀ ਬਗੈਰ ਸਤਸੰਗ ਨਹੀਂ ਜਾਏਗਾ ਜੀ। ਤੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਨੇ ਆਪਣੇ ਬਾਬਾ ਜੀ ਨੂੰ ਵੀ ਬਹੁਤ ਡਾਂਟਿਆ ਫਟਕਾਰਿਆ ਤੇ ਉਹ ਬੀਬੀ ਨੂੰ ਵੀ ਡਾਂਟਿਆ ਫਟਕਾਰਿਆ ਕਿ ਪਹਿਲਾਂ ਪਾ ਦਿੰਦੇ ਹੋ, ਬੁਲਾ ਕੇ ਛਕਣ ਵਾਸਤੇ ਕਹਿ ਦਿੰਦੇ ਹੋ ਤੇ ਫਿਰ ਸ਼ਿਕਾਇਤਾਂ ਲਾਉਂਦੇ ਹੋ। ਤੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਨੇ ਫਿਰ ਸਾਈਂ ਨੇ ਕਿਹਾ ਕਿ ਹਜੂਰ ਮਹਾਰਾਜ ਜੀ, ਜੇ ਤੁਸੀਂ ਬਾਬਾ ਜੀ ਨੂੰ ਮਨਾ ਕਰੋਗੇ ਤੇ ਫਿਰ ਸਾਡਾ ਕੀ ਬਣੇਗਾ ਜੀ।
ਤੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਸਾਈਂ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ। ਤੇ ਹਜੂਰ ਮਹਾਰਾਜ ਦਰਸ਼ਨਦਾਸ ਜੀ ਕਹਿਣਗੇ ਠੀਕ ਹੈ ਸਾਈਂ ਦੇ ਘਰ ਜਾ ਸਕਦੇ ਹਨ, ਬਾਕੀ ਹੋਰ ਕੋਈ ਕਿਸੇ ਦੇ ਘਰ ਨਹੀਂ ਜਾਏਗਾ ਜੀ। ਤੇ ਓਮ ਬਾਬਾ ਜੀ ਜ਼ਿਆਦਾਤਰ ਇੱਥੇ ਹੀ ਆਉਂਦੇ ਨੇ ਜਿੱਥੇ ਅਸੀਂ ਰਹਿ ਰਹੇ ਹਨ। ਇੱਥੇ ਸਭ ਆ ਚੁੱਕੇ ਹਨ। ਹਜੂਰ ਮਹਾਰਾਜ ਤ੍ਰਿਲੋਚਨ ਦਰਸ਼ਨਦਾਸ ਜੀ ਵੀ 4 ਵਾਰ ਆ ਚੁੱਕੇ ਹਨ। ਹਜੂਰ ਬਾਬਾ ਘਸੀਟਾ ਰਾਮ ਵੀ 1 ਵਾਰ ਆ ਚੁੱਕੇ ਹਨ। ਸਾਨੀ ਬਾਬਾ ਜੀ ਨੇ ਇੱਥੇ ਪੂਰੇ 12 ਸਾਲ ਗੱਦੀ ਲਾਈ ਤੇ ਬਲਵੰਤ ਬਾਬਾ ਜੀ ਨੇ ਵੀ ਇੱਥੇ 6 ਸਾਲ ਗੱਦੀ ਲਾਈ ਔਰ ਅਸਾਂ ਨੇ ਤੇ ਰਿਕਾਰਡ ਹੀ ਤੋੜ ਦਿੱਤਾ। ਪੂਰੇ 22 ਸਾਲ ਹੋ ਗਏ ਸਾਨੂੰ ਇੱਥੇ ਗੱਦੀ ਹਜੂਰ ਮਹਾਰਾਜ ਦਰਸ਼ਨਦਾਸ ਕੀ ਲਾਉਂਦੇ ਹੋਏ। ਵਾਹ। ਤੇ ਤੁਸੀਂ ਇਹ ਦੱਸੋ ਮੈਨੂੰ, ਜਿੱਦਾਂ ਹੁਣ ਤੁਸੀਂ ਜਦੋਂ 93 ਚ ਗਏ, ਫਿਰ ਤੁਸੀਂ ਬਾਬਾ ਜੀ ਕੋ ਮਹਾਰਾਜ ਜੀ ਕੋ ਗਏ, ਫਿਰ ਲੋਨੀ ਗਏ, ਉਦੋਂ ਤੱਕ ਤੁਹਾਡੀ ਕਦੀ ਵੀ ਕਿਸੇ ਨਾਲ ਗੱਲ ਨਹੀਂ ਹੋਈ ਕਿ ਮਹਾਰਾਜ ਦਰਸ਼ਨਦਾਸ ਜੀ ਕੌਣ ਨੇ, ਇਹ ਮਿਸ਼ਨ ਕੀ ਹੈ, ਮਿਸ਼ਨ ਦੇ ਕੀ ਪ੍ਰਿੰਸੀਪਲ ਨੇ, ਕੀ ਅਸੂਲ ਨੇ? ਤੁਸੀਂ ਕਦੀ ਵੀ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ? ਸਭ ਨੂੰ ਪੁੱਛਿਆ, ਇੱਕ ਬੰਦੇ ਨੂੰ ਪੁੱਛਿਆ, ਇੱਕ ਇਨਸਾਨ ਨੂੰ ਪੁੱਛਿਆ ਕਿ ਹਜੂਰ ਮਹਾਰਾਜ ਦਰਸ਼ਨਦਾਸ ਜੀ ਕੌਣ ਹਨ, ਇਹ ਕਿਹਨਾਂ ਦੀ ਫੋਟੋ ਲੱਗੀ ਹੈ, ਤੇ सब कहते थे जो कुछ है हजूर महाराज त्रिलोचन दास जी हैं, जो कुछ है बलवंत बाबा जी हैं। मैनू जो दस्या हैगा हजूर महाराज दर्शनदास बारे ਉਹ ਸਾਈਂ ਦੀ ਕੁੜੀ। ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਇੱਥੇ ਮੈਂ ਤੁਹਾਨੂੰ ਰੋਕਦਾ ਕਿ ਵੀ ਚਲੋ ਇਹ ਸਭ ਜੋ ਵੀ ਹੈ ਹਰ ਥਾਂ ਤੇ ਕੀ ਕਹਿੰਦੇ ਆ ਕਿ ਜਲਵਾ ਉਹਦਾ ਹੈ, ਪਰ ਆਪਣੀ ਆਪਣੇ ਹਿਸਾਬ ਨਾਲ ਹਰ ਇੱਕ ਦੇ ਥਾਂ ਤੇ ਹੈਗਾ। ਤੇ ਜਿਹੜਾ ਜਿਹਦੇ ਵੱਲ ਜਾਂਦੇ ਨੇ ਉਹ ਤੇ ਉਹਨਾਂ ਦੀ ਹੀ ਗੱਲ ਕਰਨਗੇ, ਠੀਕ ਹੈ। ਤੇ ਉਹਨਾਂ ਨੇ ਮਤਲਬ ਕਿ ਗੁਰੂ ਮਹਾਰਾਜ ਜੀ ਬਾਰੇ ਨਹੀਂ ਦੱਸਿਆ ਕਿ ਵੀ ਸਾਡਾ ਪਿਓ ਕੌਣ ਹੈ, ਠੀਕ ਹੈ, ਤੇ ਇਹ ਕੀ ਕਹਿੰਦੇ ਨੇ, ਠੀਕ ਹੈ। ਤੋ ਇਹ ਚਲੋ ਆਪਣੀ ਆਪਣੀ ਸਾਰਿਆਂ ਦੀ ਦਾਸ ਜੀ ਬੁੱਧੀ ਹੈਗੀ ਹੈ, ਰਹਿ ਹੈਗੀ ਹੈ, ਤੇ ਅਸੀਂ ਇਹਦੇ ਤੇ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ, ਠੀਕ ਹੈ। ਤੇ ਜਦੋਂ ਤੁਸੀਂ ਕਿਹਾ ਕਿ ਵੀ ਗੁੱਡੀ ਨੇ ਤੁਹਾਨੂੰ ਦੱਸਿਆ ਮਹਾਰਾਜ ਦਰਸ਼ਨਦਾਸ ਜੀ ਬਾਰੇ, ਠੀਕ ਹੈ, ਹੁਣ ਆਪ ਜੀ ਨੇ ਕਿਹਾ ਸੀ ਜੱਗੀ ਤੌਰ ਤੇ, ਆਪ ਜੀ ਨੇ ਕਿਹਾ ਸੀ ਜੱਗੀ ਤੌਰ ਤੇ ਕਿਨੇ ਤਿਲਕ ਕੀਤਾ? ਨਹੀਂ, ਜਦੋਂ ਦਾਸ ਜੀ ਇਹ ਆਪਣਾ ਤੁਸੀਂ ਕਿਹਾ ਕਿ ਵੀ ਹੁਣ ਤੁਸੀਂ ਇੱਥੇ 22 ਸਾਲ ਤੋਂ ਆ ਗਏ ਹੋ, ਠੀਕ ਹੈ। ਹੁਣ ਆਪ ਜੀ ਬਤੌਰੇ ਇੱਕ ਹੈਡ ਲਾ ਲਓ ਇੱਥੇ, ਇੱਕ ਬਾਬਾ ਜੀ ਲਾ ਲਓ ਇੱਥੇ, ਠੀਕ ਹੈ। ਮਹਾਰਾਜ ਦਰਸ਼ਨਦਾਸ ਜੀ ਹੈ, ਜੋ ਕੁਝ ਹੈ ਜੋ ਮਹਾਰਾਜ ਦਰਸ਼ਨਦਾਸ ਆਪਣਾ ਕੰਮ ਕਰ ਰਹੇ ਹੋ, ਠੀਕ ਹੈ। ਤੇ ਇੱਥੇ ਜਦੋਂ ਤੁਸੀਂ ਆਏ ਕਿ ਤੁਹਾਨੂੰ ਇੱਥੇ ਵੀ ਗੁਰੂ ਮਹਾਰਾਜ ਦਾ ਕੋਈ ਹਾਜ਼ਰੀ ਦਿਖੀ ਜਾਂ ਉਹਨਾਂ ਦਾ ਕੋਈ ਸਰੂਪ ਦਿਖਿਆ, ਕੋਈ ਇਹੋ ਜਿਹੀ ਹਰਕਤ ਹੋਈ? ਜੀ ਜੀ, सब तो पहला सतगुरु दर्शनदास जी ने इत्थे श्री कृष्ण भगवान जी के दर्शन दिते जी, और सब तो पहला सच्चे सतगुरु ने गुरु नानक देव जी जेडे फोटो लगियां होंदियां घर घर या तुसी किते भी कैलेंडर च देखते हो, सतगुरु जी ने वो अपना रूप लिया सी गुरु नानक देव जी का जी। वाह। और फिर अपने आप इस रूप दे विच आ गए सी, ये जेड़ा पटके वाला रूप गद्दी। फिर उदों बाद जेड़ी सारा मिशन सी साडे पीछे पै गया सी कि तुहानू किने हुक्म दिता, तुसी कौन हो, की हो तुसी। फिर हजूर महाराज दर्शनदास जी ने हुक्म दिता, हजूर बाबा दास समझदार जी, शायद आप जी जानते हो हजूर बाबा दास। अच्छा दास जी ये दसो कि हुण सारा कुछ मिशन बारे पता लग गया, आपने मिशन की ड्यूटी शुरू कर दी, ते आप जी सेवकां नूं की मैसेज देना चाहते हो कि हजूर महाराज जी की चाहते ने? दर्शनदास जी के हर एक सेवादार नूं और हर एक बाबा जी साहिबाना नूं जो उन्हां दी गद्दियां ते चल रहे हैं उन्हां नूं भी, और पुराने और नवे सभी सेवकां नूं ये मैसेज है कि हजूर महाराज दर्शनदास वक्त के हाकिम हैं, नेक कलंक अवतार हैं, सहज अवतार हैं, और वो केवल और केवल हम सभी कलयुग जीवों का उद्धार करने के लिए उन्होंने ये सचखंड नानक धाम बनाया। अगर कोई भी इंसान कहीं से थक गया है, अक गया है, अगर कोई चाहता है कि मेरा भला हो और मैं ऊंचाई पे जाऊं और तरक्की करूं, तो मेरी ये हाथ जोड़कर उन सबसे प्रार्थना है कि वो बंदे हजूर महाराज दर्शनदास का किसी भी बाबा जी से नाम लिया हुआ गुरु शब्द जिसको शक्ति कहा है, हजूर महाराज दर्शनदास का वक्त की आवाज, नानक नाम चढ़दी कला तेरे भाने सरबत दा, जिन्होंने भी इस नाम को ध्याया है या जो भी जपेंगे उनके सारे दुख दूर होंगे। और हजूर महाराज दर्शनदास जी जो भी जिस इष्ट को भी आप मानते हो उसी के ही रूप में, अगर आप कृष्ण को मानते हैं तो हजूर महाराज दर्शनदास जी कृष्ण भी हैं, अगर आप शिव जी को मानते हैं तो हजूर महाराज दर्शनदास शिव जी भी है, क्योंकि दास ने तो ये प्रैक्टिकल रूप में देखा हुआ है, सुनाई बातें नहीं है ये।
प्रैक्टिकल चीज देखी हुई है तब उस सदगुरु के इतने गुण गा रहा है, और कभी जिंदगी में शारीरिक रूप में देखा नहीं, लेकिन बिल्कुल रूहानियत रूप में आज भी अगर कोई नाम कमाई वाला बंदा है तो वो देख सकता है मेरे अंदर भी और मेरे आसपास। हजूर महाराज दर्शन दास जी कहाँ नहीं है, कण कण में हजूर महाराज दर्शन दास जी हैं। उनकी वाणी बिल्कुल रब्बी है और सच्ची है कि दर्शन अगम रूप जग माहे समाया, तू सबनी थाई हर। जन दर्शन करता आप, आद जुगाद समाया, कि वो करता आप है, करवा किसी मूर्ख से भी लेता है। साध जितने भी आज अपने आप को महाराज कह रहे हैं, बाबा जी कह रहे हैं, जी जी, अपने आप को महाराज कह रहे हैं, अपने आप को हेड ऑफ, सॉरी मेरे बंदे क्या क्या जी, अगर आप मुझे खुश देखना चाहते हो तो बोलना, मेरे बंदों को प्यार करो। ठीक है, मेरे बंदों को, मेरे सेवकों को प्यार करो। वाह, नानक नाम चढ़दी कला तेरे भाने सरबत दा भला। बहुत बहुत धन्यवाद जी ਤੁਹਾਡਾ, थैंक यू, आपका भी शुक्राना जी। ਧੰਨ ਗੁਰਦਰਸ਼ਨ। ਇਹ ਸਮਝੀ ਦਾਸ ਪ੍ਰੇਮ ਦਾਸ ਜੀ ਤੇ ਮੇਰਠ ਤੋਂ। ਇਹ ਹੈ ਕਿ ਹਰ ਇੱਕ ਦੀ ਆਪਣੀ ਆਪਣੀ ਭਾਵਨਾ, ਤੇ ਜੋ ਉਹਨਾਂ ਨੇ ਕਿਹਾ ਇਹ ਉਹਨਾਂ ਦੇ ਆਪਣੇ ਵਿਚਾਰ ਨੇ, ਔਰ ਜੋ ਉਹਨਾਂ ਨੇ ਦੱਸਿਆ ਇਹ ਉਹਨਾਂ ਦੇ ਨਾਲ ਐਕਸਪੀਰੀਅੰਸ ਹੋਏ ਨੇ। ਇਹ ਵੀ ਹੋ ਸਕਦਾ ਕਿ ਕੋਈ ਇਹ ਕਵੇ ਕਿ ਮੈਨੂੰ 30 ਸਾਲ ਹੋ ਗਏ ਆ ਤੇ ਮੇਰੇ ਨਾਲ ਤੇ ਇਦਾਂ ਕਦੀ ਨਹੀਂ ਹੋਇਆ, ਪਰ ਇਹ ਉਹ ਮਾਰਗ ਹੈਗਾ ਜਿਸ ਤਰ੍ਹਾਂ ਉਹਨਾਂ ਕਿਹਾ, ਔਰ ਮਹਾਰਾਜ ਜੀ ਨੇ ਸ਼ਬਦ ਲਿਖਿਆ, ਜਿਸ ਨੇ ਖੋਜਾ ਉਸਨੇ ਪਾਇਆ। ਜਿਹੜਾ ਉਹਦੇ ਅਸੂਲਾਂ ਦੇ ਮੁਤਾਬਕ ਉਹਨੂੰ ਖੋਜੇਗਾ ਉਹ ਹੀ ਪਾਏਗਾ। ਕਿ ਮਹਾਰਾਜ ਦਰਸ਼ਨ ਦਾਸ ਜੀ ਨੇ ਕਿਸੇ ਨੂੰ ਕੌਂਟਰੈਕਟ ਲਿਖ ਕੇ ਨਹੀਂ ਦਿੱਤਾ ਕਿ ਉਹ ਉਹਨੂੰ ਦਰਸ਼ਨ ਦੇਗਾ, ਜਾਂ ਉਹਦੀ ਜ਼ਬਾਨ ਤੋਂ ਹੀ ਬੋਲਣਗੇ, ਜਾਂ ਫਲਾਣਾ ਬੰਦਾ ਕਹੇਗਾ ਤੇ ਉਹ ਕੰਮ ਹੋਣਗੇ, ਨਹੀਂ ਤਾਂ ਮਹਾਰਾਜ ਜੀ ਨਹੀਂ ਕਰਨਗੇ। ਨਹੀਂ, ਉਹਨਾਂ ਕਿਹਾ ਕਿ ਜਿਹੜਾ ਵੀ ਮੈਨੂੰ ਆਪਣੇ ਮਨ ਤਨ ਤੋਂ ਨਿਸਵਾਰਥ ਹੋ ਕੇ ਧਿਆਏਗਾ ਤੇ ਮਹਾਰਾਜ ਜੀ ਹਮੇਸ਼ਾ ਉਹਦੇ ਕਾਰਜ ਸਫਲ ਕਰਨਗੇ। ਤੇ ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਕਿ ਹੇ ਨਾਨਕ, ਹੁਣ ਇੱਕ ਦਰਸ਼ਨ ਦਾਸ ਦੇ ਨਾਲ ਕੰਮ ਨਹੀਂ ਚੱਲਣਾ, ਤੂੰ ਹਰ ਦਾਸ ਦੀ ਜ਼ੁਬਾਨ ਤੇ ਆ ਜਾ। ਸੋ ਕਹਿਣ ਦਾ ਭਾਵ ਕਿ ਕਿਸੇ ਦੇ ਵੀ ਜ਼ਬਾਨ ਤੇ, ਕਿਸੇ ਦੇ ਵੀ ਮੁਖ ਤੋਂ ਬੋਲ ਸਕਦੇ ਨੇ, ਉਹ ਕੰਮ ਕਰਾ ਸਕਦੇ ਨੇ। ਤੇ ਦਰਸ਼ਨ ਦਾਸ ਮਹਾਰਾਜ ਜੀ ਖੁੱਲੀ ਕਿਤਾਬ ਨੇ, ਤੇ ਜਿਹੜਾ ਖੋਜੇਗਾ ਉਹ ਉਹਦਾ ਰਸਤਾ ਵੀ ਪਾਲੇਗਾ। ਤੇ ਇਹਨਾਂ ਨੇ ਜੋ ਜਿੱਥੇ ਜਿੱਥੇ ਉਹ ਗਏ ਨੇ, ਜਿੱਥੋਂ ਜਿੱਥੋਂ ਦੀ ਉਹ ਲੰਘੇ ਨੇ, ਉਹਨਾਂ ਸਾਰਿਆਂ ਦਾ ਅਦਬ ਸਤਿਕਾਰ ਨਾਲ ਨਾਮ ਲਿਆ। ਅਗਰ ਆਪ ਜੀ ਨੂੰ ਕਿਸੇ ਨੂੰ ਇਹ ਬੁਰਾ ਲੱਗੇ ਤੇ ਮੈਂ ਮਾਫੀ ਚਾਹੁੰਦਾ। ਬਾਕੀ ਜਿਹੜੀ ਹਿਸਟਰੀ ਹੈਗੀ ਆ ਉਹ ਹਿਸਟਰੀ ਹੈ, ਕਿ ਜਿਹਦੇ ਥਰੂ ਉਹ ਮਿਲੇ ਨੇ, ਜਿਹੜੇ ਉਹਨਾਂ ਦੇ ਕਹਿ ਲਓ ਕਿ ਰੱਬ ਨੂੰ ਮਿਲਾਉਣ ਵਾਲੇ ਵੀ ਏਜੰਟ ਹੁੰਦੇ ਨੇ। ਜਿਹੜੇ ਸਾਨੂੰ ਲੈ ਕੇ ਆਏ ਸੀ ਮਹਾਰਾਜ ਜੀ ਨੂੰ ਮਿਲਾਉਣ ਵਾਸਤੇ, ਉਹ ਅੱਜ ਨਹੀਂ ਆਉਂਦੇ ਤੇ ਅਸੀਂ ਮਹਾਰਾਜ ਦੇ ਨਾਲ ਹਾਂ, ਪਰ ਉਹ ਨਹੀਂ ਆਉਂਦੇ। ਇਸ ਤਰ੍ਹਾਂ ਹੀ ਹਰ ਸੇਵਕ ਕਿਸੇ ਨਾ ਕਿਸੇ ਥਰੂ ਕਿਸੇ ਨਾ ਕਿਸੇ ਨੂੰ ਮਿਲਿਆ, ਤੇ ਐਂਡ ਤੇ ਮਾਰਗ ਉਹਦਾ ਇਹੋ ਹੀ ਹੈ ਕਿ ਮਹਾਰਾਜ ਦਰਸ਼ਨ ਦਾਸ ਸਾਡਾ ਸਾਰਿਆਂ ਦਾ ਹੈਗਾ। ਮਹਾਰਾਜ ਦਰਸ਼ਨ ਦਾਸ ਉਹ ਕਿਸੇ ਦੇ ਵਿੱਚੋਂ ਵੀ ਬੋਲ ਸਕਦੇ ਨੇ, ਕਿਸੇ 'ਚ ਵਸ ਕੇ ਹਰ ਕੰਮ ਕਰਵਾ ਸਕਦੇ ਨੇ। ਤਾਂ ਇਹ ਹੈਗਾ ਕਿ ਇਹਨਾਂ ਚੀਜ਼ਾਂ ਤੇ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ, ਔਰ ਕਿਸੇ ਦੀ ਅਥਾਰਟੀ ਨਹੀਂ, ਕਿਸੇ ਦੀ ਸਟੈਂਪ ਨਹੀਂ ਲੱਗੀ ਹੋਈ ਕਿ ਮਹਾਰਾਜ ਜੀ ਦਾ ਹੱਕ ਦਰਸ਼ਨ ਦਾਸ ਜੀ ਤੋਂ ਉੱਪਰ ਉਹਨਾਂ ਦਾ ਹੀ ਹੈ। ਸਾਡਾ ਸਾਰਿਆਂ ਦਾ ਹੱਕ ਹੈਗਾ। ਉਹ ਸਾਰੇ ਸੰਸਾਰ ਦੇ ਗੁਰੂ ਨੇ, ਸਾਰੇ ਸੰਸਾਰ ਦੇ ਮਹਾਰਾਜ ਜੀ ਨੇ। ਸੋ ਅੱਜ ਦੇ ਲਈ ਇੰਨਾ ਹੀ। ਅਗਰ ਦਾਸ ਪ੍ਰੇਮ ਜੀ ਕੋਲੋਂ ਕੁਝ ਗਲਤ ਕਿਹਾ ਗਿਆ ਹੋਵੇ ਕਿਸੇ ਦੇ ਖਿਲਾਫ, ਜਾਂ ਦਾਸ ਕੋਲੋਂ ਗਲਤ ਬੋਲਿਆ ਗਿਆ ਹੋਵੇ, ਤੇ ਮਾਫੀ ਚਾਹੁੰਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰਦਰਸ਼ਨ।